Good morning, students. Today we start macroeconomics. First chapter macroeconomics and some basic concepts. ਇਹਦੇ ਵਿੱਚ ਆਪਾਂ ਸਟੱਡੀ ਕਰਨਾ ਕਿ macroeconomics ਕੀ ਹੁੰਦੀ ਆ ਔਰ ਇਹਦੇ ਕੀ basic concepts ਨੇ, ਇਹਦੇ ਵਿੱਚ ਕੀ ਸਟੱਡੀ ਕੀਤਾ ਜਾਂਦਾ basic ਦੇ ਵਿੱਚ. First, microeconomics and macroeconomics. Economics was studied as a single subject matter. ਸਭ ਤੋਂ ਪਹਿਲਾਂ ਅਰਲੀਅਰ ਜਦੋਂ ਨਾ ਪਹਿਲਾਂ ਦਾ ਟਾਈਮ ਸੀ ਤਾਂ ਉਸ ਟਾਈਮ 'ਤੇ ਮੈਕਰੋ ਇਕਨੋਮਿਕਸ ਔਰ ਮਾਈਕਰੋ ਇਕਨੋਮਿਕਸ ਦੀ ਡਿਵੀਜ਼ਨ ਨਹੀਂ ਹੋਈ ਸੀ. ਇਕਨੋਮਿਕਸ ਨੂੰ ਇੱਕ ਹੀ ਇਕੱਲੀ ਇਕਨੋਮਿਕਸ ਦੇ ਵਿੱਚ ਹੀ ਸਟੱਡੀ ਕੀਤਾ, ਇਹਦੇ ਕੋਈ ਪਾਰਟਸ ਦੀ ਡਿਵੀਜ਼ਨ ਨਹੀਂ ਹੋਈ ਸੀ. ਠੀਕ ਹੈ, ਜਿਵੇਂ ਕਹਿ ਲਓ ਵੀ ਨਿਊ ਇਕਨੋਮਿਸਟ ਮਾਡਰਨ ਇਕਨੋਮਿਸਟ ਆਉਂਦੇ ਗਏ ਤਾਂ ਉਵੇਂ ਉਹਨਾਂ ਨੇ ਇਕਨੋਮਿਕਸ ਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕਰਤਾ. ਜਿੱਦਾਂ ਹੈਂਸ ਫॉर द फर्स्ट टाइम 1933 ਦੇ ਵਿੱਚ ਇੱਕ ਇਕਨੋਮਿਸਟ ਸੀ ਓਸਲੋ ਯੂਨੀਵਰਸਿਟੀ ਨਾਰਵੇ ਦਾ, ਜਿਹਨੇ ਕਿ ਇਕਨੋਮਿਕਸ ਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ, ਮਾਈਕਰੋ ਇਕਨੋਮਿਕਸ ਐਂਡ ਮੈਕਰੋ ਇਕਨੋਮਿਕਸ ਦੇ ਵਿੱਚ. ਠੀਕ ਹੈ, ਜਸਟ ਫਸਟ ਆਪਾਂ ਕਰਨਾ ਹੈ ਮੈਕਰੋ ਇਕਨੋਮਿਕਸ ਦਾ ਕੀ ਮੀਨਿੰਗ ਹੈ. ਮੈਕਰੋ ਇਕਨੋਮਿਕਸ ਇਜ਼ ਕੰਸਰਨਡ ਵਿਦ ਦ ਇਕੋਨਮੀ ਐਜ਼ ਅ ਹੋਲ ਔਰ ਲਾਰਜ ਸੈਗਮੈਂਟਸ ਆਫ ਇਟ. ਮੈਕਰੋ ਇਕਨੋਮਿਕਸ ਕੀ ਹੈ, ਇਹਦੇ ਵਿੱਚ ਪੂਰੀ ਹੋਲ ਇਕੋਨਮੀ ਦੀ ਸਟੱਡੀ ਕੀਤੀ ਜਾਂਦੀ ਹੈ. ਆਲ ਸੈਕਟਰ ਸਟੱਡੀ ਕੀਤੇ ਜਾਂਦੇ ਨੇ, ਜਿੱਦਾਂ इंडस्ट्रियल सैक्टर हो गया, एग्रीकल्चर सैक्टर हो गया, इंस्टीट्यूशनल सैक्टर हो गया, ठीक है, गवर्नमेंट सैक्टर हो गया, सारे सैक्टर्स की स्टडी की जाती है. ठीक है, इन मैक्रो इकनॉमिक्स अटेंशन इज फोकस्ड ऑन प्रॉब्लम्स सच एज लेवल ऑफ एम्प्लॉयमेंट, द रेट ऑफ इन्फ्लेशन एंड द नेशन टोटल आउटपुट. ਇਹਦੇ ਵਿੱਚ ਜਿੱਦਾਂ ਪ੍ਰੋਬਲਮਸ ਹੋਲ ਇਕੋਨਮੀ ਦੀਆਂ ਪ੍ਰੋਬਲਮ ਸਟੱਡੀ ਕੀ, ਜਿੱਦਾਂ ਇੰਪਲੋਇਮੈਂਟ ਦੀ ਪ੍ਰੋਬਲਮ ਹੋ ਗਈ, ਪ੍ਰਾਈਸਿਸ ਰਾਈਜ਼ ਇਨ ਪ੍ਰਾਈਸਿਸ ਦੀ ਪ੍ਰੋਬਲਮ ਹੋ ਗਈ ਜਿਹਨੂੰ ਇਨਫਲੇਸ਼ਨ ਕਿਹਾ ਜਾਂਦਾ ਹੈ, ਜਾਂ ਕਹਿ ਲਓ ਨੈਸ਼ਨਲ ਇਨਕਮ ਦੀ ਪ੍ਰੋਬਲਮ ਹੋ ਗਈ. ਇੱਦਾਂ the word micro has been derived from Greek word micros which means small. ਜਿਹੜਾ micro word ਆ ਉਹ Greek word ਤੋਂ derive ਹੋਇਆ ਜਿਹਦਾ meaning ਹੈ micros. ਇਹਦਾ ਔਰ micros ਦਾ meaning ਕੀ ਹੈ, small. ਇਸ ਕਰਕੇ ਜਦੋਂ ਆਪਾਂ ਮਾਈਕਰੋ ਇਕਨੋਮਿਕਸ ਦੀ ਸਟੱਡੀ ਕਰਦੇ ਹਾਂ ਤਾਂ ਇਹਦੇ ਵਿੱਚ ਕੀ ਸਟੱਡੀ, ਇਕਨੋਮਿਕ ਐਕਟੀਵਿਟੀਜ਼ ਆਫ ਅ ਸਿੰਗਲ ਇਕਨੋਮਿਕ ਯੂਨਿਟ. ਇਹਦੇ 'ਚ ਓਨਲੀ ਇੱਕ ਸਿੰਗਲ ਇਕਨੋਮਿਕ ਯੂਨਿਟ ਦੀ ਸਟੱਡੀ ਕੀਤੀ ਜਾਂਦੀ ਹੈ, ਸੱਚ ਐਜ਼ ਹਾਊਸ ਹੋਲਡ ਹੋ ਗਿਆ, ਇੱਕ ਪਰਿਵਾਰ ਬਾਰੇ, ਇੱਕ ਫਰਮ ਬਾਰੇ ਵੀ, ਇੱਕ ਫਰਮ ਦੀ ਪ੍ਰੋਡਕਟ ਦੀ ਕਿੰਨੀ ਡਿਮਾਂਡ ਕੀਤੀ ਜਾਂਦੀ ਹੈ. ਜਿੱਦਾਂ ਫॉर एग्जांपल ਡਿਮਾਂਡ ਫॉर ਸ਼ੂਗਰ ਬਾਈ ਅ ਹਾਊਸ ਹੋਲਡ, ਇੱਕ ਪਰਿਵਾਰ ਦੁਆਰਾ ਸ਼ੂਗਰ ਦੀ ਕਿੰਨੀ ਡਿਮਾਂਡ ਕੀਤੀ ਜਾਂਦੀ ਹੈ. ਮਾਈਕਰੋ ਇਕਨੋਮਿਕਸ ਕਵਰਸ ਦਾ ਸਟੱਡੀ ਆਫ ਡਿਮਾਂਡ ਥਿਊਰੀ. ਜੋ ਮਾਈਕਰੋ ਇਕਨੋਮਿਕਸ ਹੈ ਇਹਦੇ ਵਿੱਚ ਜਸਟ ਡਿਮਾਂਡ ਥਿਊਰੀ ਸਟੱਡੀ ਕੀਤੀ ਜਾਂਦੀ ਹੈ, ਪ੍ਰੋਡਕਸ਼ਨ ਥਿਊਰੀ ਸਟੱਡੀ ਕੀਤੀ ਜਾਂਦੀ ਹੈ, ਪ੍ਰਾਈਸ ਡਿਟਰਮੀਨੇਸ਼ਨ ਕਿ ਕੀਮਤਾਂ ਨੂੰ ਕਿੰਨਾ ਨਿਰਧਾਰਨ ਕਰਨਾ ਤੇ ਇਨਕਮ ਦੀ ਡਿਸਟ੍ਰੀਬਿਊਸ਼ਨ ਕਿੱਦਾਂ ਕਰਨੀ ਹੈ. ਠੀਕ ਹੈ, ਜਿੱਦਾਂ ਅਕੋਰਡਿੰਗ ਟੂ ਸੈਪੀਰੋ ਨੇ ਕਿਹਾ ਮਾਈਕਰੋ ਇਕਨੋਮਿਕ ਡੀਲਸ ਵਿਦ ਦ ਸਮਾਲ ਪਾਰਟਸ ਆਫ ਐਂਡ ਇਕੋਨਮੀ, ਕਿ ਜਿਹੜੀ ਮਾਈਕਰੋ ਇਕਨੋਮਿਕਸ ਹੈ ਉਹ ਇੱਕ ਇਕੋਨਮੀ ਦੇ ਛੋਟੇ ਪਾਰਟਸ ਨੂੰ ਸਟੱਡੀ ਕਰਦੀ ਹੈ, ਜਿੱਦਾਂ ਇੱਕ ਓਨਲੀ ਫਾਰਮ, ਇੱਕ ਹਾਊਸ ਹੋਲਡ, ਠੀਕ ਹੈ, ਜਾਂ ਇੱਕ ਮੈਂਬਰ, ਇੱਕ ਇੰਡੀਵਿਜੂਅਲ ਬਾਰੇ ਸਟੱਡੀ ਕਰਦੀ ਹੈ, ਜਾਂ ਇੱਕ ਹਾਊਸ ਹੋਲਡ ਬਾਰੇ ਸਟੱਡੀ ਕਰਦੀ ਹੈ, ਜਾਂ ਇੱਕ ਫਾਰਮ ਬਾਰੇ ਸਟੱਡੀ ਕਰਦੀ ਹੈ. ਠੀਕ ਹੈ, ਇਸ ਕਰਕੇ ਜੋ ਮਾਈਕਰੋ ਇਕਨੋਮਿਕਸ ਹੈ ਉਹਨੂੰ ਆਪਾਂ ਪ੍ਰਾਈਸ ਥਿਊਰੀ ਦੇ ਨਾਮ ਨਾਲ ਵੀ ਜਾਣਦੇ ਹਾਂ. ਠੀਕ ਹੈ, ਦਾ ਸੈਕੰਡ ਨੇਮ ਕੀ ਹੈ, ਪ੍ਰਾਈਸ ਥਿਊਰੀ. ਮੈਕਰੋ ਇਕਨੋਮਿਕਸ ਨੈਕਸਟ. ਦਾ ਵਰਡ ਮੈਕਰੋ ਹੈਜ਼ ਬੀਨ ਡਿਰਾਈਵਡ ਫਰੋਮ ਗ੍ਰੀਕ ਵਰਡ ਮੈਕਰੋਜ਼ ਤੋਂ ਬਣਿਆ. ਇਹਦਾ ਮੀਨਿੰਗ ਕੀ ਹੈ, ਲਾਰਜ, ਵੱਡਾ. ਇਸ ਕਰਕੇ ਜੋ ਮੈਕਰੋ ਇਕਨੋਮਿਕਸ ਹੈ ਉਹ 'ਚ ਪੂਰੀ ਹੋਲ ਇਕੋਨਮੀ ਦੀ ਸਟੱਡੀ ਕੀਤੀ ਜਾਂਦੀ ਹੈ. ਫॉर एग्जांपल ਜਦੋਂ ਆਪਾਂ ਮੰਨ ਲਓ ਡਿਮਾਂਡ ਦੇਖਣੀ ਹੈ ਤਾਂ ਹੋਲ ਇਕੋਨਮੀ 'ਚ ਐਗਰੀਗੇਟ ਡਿਮਾਂਡ ਦੀ ਸਟੱਡੀ ਕਰਾਂਗੇ, ਜਿੱਦਾਂ ਕਿ ਪੂਰੀ ਇਕੋਨਮੀ ਦੇ ਵਿੱਚ ਜਿੰਨੀਆਂ ਵੀ ਗੁੱਡਸ ਐਂਡ ਸਰਵਿਸਿਜ਼ ਨੇ, ਸਾਰੀਆਂ ਦੀਆਂ ਸਾਰੀਆਂ ਆਲ ਟਾਈਪ ਆਫ ਗੁੱਡਸ ਐਂਡ ਸਰਵਿਸਿਜ਼ ਦੀ ਟੋਟਲ ਡਿਮਾਂਡ ਨੂੰ ਪਲੱਸ ਕਰਕੇ ਕੀ ਆਊਗੀ, ਐਗਰੀਗੇਟ ਡਿਮਾਂਡ ਆਊਗੀ. ਅਕੋਰਡਿੰਗ ਟੂ ਸੈਪੀਰੋ ਮੈਕਰੋ ਇਕਨੋਮਿਕਸ ਡੀਲਸ ਵਿਦ ਦ ਫੰਕਸ਼ਨਿੰਗ ਆਫ ਦ ਇਕੋਨਮੀ ਸਿਸਟਮ ਐਜ਼ ਅ ਹੋਲ. ਇਹਦੇ ਵਿੱਚ ਹੋਲ ਇਕਨੋਮਿਕ ਸਿਸਟਮ ਦੀ ਸਟੱਡੀ ਕੀਤੀ ਹੈ. ਹੋਲ ਇਕਨੋਮਿਕ ਸਿਸਟਮ ਕਿੱਦਾਂ ਕੰਮ ਕਰਦਾ, ਉਹਦੇ ਵਰਕ ਦੇ ਨਾਲ ਜੋ ਡੀਲਿੰਗ ਹੁੰਦੀਆਂ ਨੇ, ਡਿਫਰੈਂਟ ਵਰਕਸ ਦੇ ਵਿੱਚ ਜੋ ਡੀਲਿੰਗ ਹੁੰਦੀ ਹੈ ਉਹਨਾਂ ਬਾਰੇ ਸਟੱਡੀ ਕੀਤੀ ਜਾਂਦੀ ਹੈ. ਨੈਕਸਟ ਸਬਜੈਕਟ ਮੈਟਰ ਔਰ ਸਕੋਪ ਆਫ ਮੈਕਰੋ ਇਕਨੋਮਿਕਸ ਦਾ ਸਕੋਪ ਕੀ ਹੈ, ਇਹਦੇ ਵਿੱਚ ਕਿਹੜੇ ਸੈਕਟਰਸ ਦੀ ਸਟੱਡੀ ਕੀਤੀ ਜਾਂਦੀ ਹੈ. ਫਸਟ ਟੌਪਿਕ ਹੈਗਾ ਥਿਊਰੀ ਆਫ ਮਨੀ. ਮੈਕਰੋ ਇਕਨੋਮਿਕਸ ਦੇ ਵਿੱਚ ਥਿਊਰੀ ਆਫ ਮਨੀ ਦੀ ਸਟੱਡੀ ਕੀਤੀ ਜਾਂਦੀ ਹੈ ਕਿ ਜਿੱਦਾਂ ਮਨੀ ਦੇ ਪ੍ਰਾਇਮਰੀ ਫੰਕਸ਼ਨਸ ਕੀ ਨੇ, ਸੈਕੰਡਰੀ ਫੰਕਸ਼ਨਸ ਕੀ ਨੇ, ਕੰਟੀਨਜੈਂਟ ਫੰਕਸ਼ਨਸ ਕੀ ਨੇ. ਠੀਕ ਹੈ, ਕਿੱਦਾਂ ਮਨੀ ਨੂੰ ਕੰਟਰੋਲ ਕਰਨਾ ਹੈ, ਕਿੱਦਾਂ ਮਨੀ ਦੀ ਇਕੋਨਮੀ ਦੇ ਵਿੱਚ ਕ੍ਰੀਏਸ਼ਨ ਕਰਨੀ ਹੈ. ਠੀਕ ਹੈ, ਬੈਂਕਿੰਗ ਸਿਸਟਮ ਕਿੱਦਾਂ ਚਾਲੂ ਕਰਨਾ ਔਰ ਉਹਦੇ ਲਈ ਕੀ ਪਾਲਿਸੀਜ਼ ਬਣਾਉਣੀਆਂ ਨੇ, ਸਾਰੀਆਂ ਚੀਜ਼ਾਂ ਦੀ ਸਟੱਡੀ ਕੀਤੀ ਜਾਂਦੀ ਹੈ ਮੈਕਰੋ ਇਕਨੋਮਿਕਸ ਦੇ ਵਿੱਚ. ਨੈਕਸਟ ਹੈਗਾ ਥਿਊਰੀ ਆਫ ਇੰਪਲੋਇਮੈਂਟ ਥਿਊਰੀ ਦੇ ਵਿੱਚ ਕੀ ਸਟੱਡੀ ਕੀਤਾ ਜਾਂਦਾ ਹੈ ਕਿ ਇੰਪਲੋਇਮੈਂਟ ਕਿੱਦਾਂ ਦੀ ਹੈ, ਕਿੰਨੇ ਕੁ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਔਰ ਕਿੰਨੇ ਕੁ ਲੋਕ ਬੇਰੁਜ਼ਗਾਰ ਨੇ, ਔਰ ਜੋ ਬੇਰੁਜ਼ਗਾਰ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਕਿਹੜੇ ਕੰਮ ਦੇ ਵਿੱਚ ਐਡਜਸਟ ਕੀਤਾ ਜਾਵੇ. ਇਹਨਾਂ ਚੀਜ਼ਾਂ ਬਾਰੇ ਸਟੱਡੀ ਕੀਤੀ ਜਾਂਦੀ ਹੈ ਔਰ ਡਿਫਰੈਂਟ ਪਾਲਿਸੀਜ਼ ਬਣਾਈਆਂ ਜਾਂਦੀਆਂ ਨੇ. ਇਹ ਸਾਰੀ ਸਟੱਡੀ ਮੈਕਰੋ ਇਕਨੋਮਿਕਸ ਦੇ ਅੰਡਰ ਕੀਤੀ ਜਾਂਦੀ ਹੈ, ਜਿੱਦਾਂ ਐਗਰੀਗੇਟ ਡਿਮਾਂਡ, ਐਗਰੀਗੇਟ ਸਪਲਾਈ, ਇਹ ਸਾਰੀਆਂ ਚੀਜ਼ਾਂ ਦੀ. ਨੈਕਸਟ ਥਿਊਰੀ ਆਫ ਨੈਸ਼ਨਲ ਇਨਕਮ. ਇਹਦੇ ਵਿੱਚ ਨੈਸ਼ਨਲ ਇਨਕਮ ਦੀ ਸਟੱਡੀ ਕਿ ਨੈਸ਼ਨਲ ਇਨਕਮ ਦਾ ਮਾਪ ਕਿੱਦਾਂ ਕਰਨਾ, ਉਹਦੀ ਮੈਜ਼ਰਮੈਂਟ ਕਿੱਦਾਂ ਕਰਨੀ, ਉਹਦੇ ਮੈਥਡਸ ਕਿਹੜੇ ਨੇ, ਉਹਨੂੰ ਕਿਹੜੇ ਮੈਥਡਸ ਦੇ ਨਾਲ ਸਟੱਡੀ ਕੀਤਾ ਜਾਊਗਾ.
ਠੀਕ ਹੈ। ਡਿਫਰੈਂਟ ਸੈਕਟਰ ਮੈਥਡ ਕਿਹੜੇ ਨੇ ਜਿਨ੍ਹਾਂ ਦੇ ਨਾਲ ਰਾਸ਼ਟਰੀ ਆਮਦਨ ਨੂੰ ਮਾਪਿਆ ਜਾਊਗਾ, ਉਹਨਾਂ ਦੀ ਸਾਰਿਆਂ ਦੀ ਸਟੱਡੀ ਕੀਤੀ ਜਾਂਦੀ ਹੈ ਮੈਕਰੋ ਇਕਨੋਮਿਕਸ। ਨੈਕਸਟ ਹੈਗਾ ਥਿਊਰੀ ਆਫ ਇਕਨੋਮਿਕ ਗਰੋਥ। ਥਿਊਰੀ ਆਫ ਇਕਨੋਮਿਕ ਗਰੋਥ ਦੇ ਵਿੱਚ ਇਹ ਦੇਖੀਏ ਕਿ ਇੱਕ ਇਕਨੋਮੀ ਦੇ ਵਿੱਚ ਕਿੱਦਾਂ ਉਸ ਇਕਨੋਮੀ ਦੀ ਗਰੋਥ ਕਰਨੀ ਆ, ਉੱਥੇ ਪਰ ਕੈਪੀਟਾ ਇਨਕਮ ਨੂੰ ਇਨਕਰੀਜ਼ ਕਰਨਾ ਦੀ ਲੋੜ ਹੈ ਜਾਂ ਨਹੀਂ, ਉੱਥੇ ਰੀਅਲ ਇਨਕਮ ਕਿੰਨੀ ਹੈ, ਔਰ ਜੋ ਗਵਰਨਮੈਂਟ ਦੀ ਇਨਕਮ ਔਰ ਗਵਰਨਮੈਂਟ ਦੇ ਐਕਸਪੈਂਡੀਚਰ ਨੇ ਉਹ ਕਿੱਦਾਂ ਦੇ ਨੇ, ਉਹਨਾਂ ਨੂੰ ਵਧਾਉਣਾ ਜਾਂ ਘਟਾਉਣਾ, ਜਾਂ ਮੋਨੇਟਰੀ ਪਾਲਿਸੀ ਦੇ ਵਿੱਚ ਕਿੱਦਾਂ ਮਨੀ ਨੂੰ ਕ੍ਰੀਏਟ ਕਰਨਾ, ਮਨੀ ਤੋਂ ਕੰਟਰੋਲ ਕਰਨਾ, ਇਹ ਸਾਰੀਆਂ ਚੀਜ਼ਾਂ ਦੀ ਸਟੱਡੀ ਕੀਤੀ ਜਾਂਦੀ ਹੈ। ਨੈਕਸਟ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ। ਇੰਟਰਨੈਸ਼ਨਲ ਟ੍ਰੇਡ ਕਿੱਦਾਂ ਦਾ, ਕਿਹੜੀ ਕੰਟਰੀਜ਼ ਦੇ ਨਾਲ ਟ੍ਰੇਡ ਹੁੰਦਾ, ਕਿਹੜੇ ਉੱਥੇ ਟੈਰਿਫ ਲਗਾਏ ਗਏ ਨੇ, ਕਿਹੜੀਆਂ ਚੀਜ਼ਾਂ ਦਾ ਕੋਟਾ ਫਿਕਸ ਕੀਤਾ ਗਿਆ, ਕਿਹੜੀਆਂ ਚੀਜ਼ਾਂ ਦਾ ਐਕਸਪੋਰਟ ਕੀਤਾ ਜਾਂਦਾ ਹੈ, ਕਿਹੜੀਆਂ ਦਾ ਇੰਪੋਰਟ ਕੀਤਾ ਜਾਂਦਾ ਹੈ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਦੀ ਸਟੱਡੀ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਕੀਤੀ ਜਾਂਦੀ ਹੈ। ਨੈਕਸਟ ਥਿਊਰੀ ਆਫ ਜਨਰਲ ਪ੍ਰਾਈਸ ਲੈਵਲ। ਥਿਊਰੀ ਆਫ ਜਨਰਲ ਪ੍ਰਾਈਸ ਲੈਵਲ ਦੇ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਜਿਹੜੀ ਇਨਫਲੇਸ਼ਨ ਜਾਂ ਡਿਫਲੇਸ਼ਨ ਦੀ ਪ੍ਰੋਬਲਮ ਤਾਂ ਨਹੀਂ ਕ੍ਰੀਏਟ ਹੁੰਦੀ। ਜੇ ਇਨਫਲੇਸ਼ਨ ਦੀ ਪ੍ਰੋਬਲਮ ਹੈ ਤਾਂ ਉਹਨੂੰ ਕਿੱਦਾਂ ਕੰਟਰੋਲ ਕੀਤਾ ਜਾਊਗਾ, ਔਰ ਜੇ ਡਿਫਲੇਸ਼ਨ ਪ੍ਰਾਈਸਿਸ ਬਹੁਤ ਜ਼ਿਆਦਾ ਡਾਊਨ ਹੋ ਗਿਆ ਤਾਂ ਉਹਨਾਂ ਨੂੰ ਕਿੱਦਾਂ ਸਟੇਬਲ ਕੀਤਾ ਜਾਊਗਾ, ਠੀਕ ਪੁਆਇੰਟ ਤੇ ਲਿਆ ਕੇ ਕਿੱਦਾਂ ਸਟੇਬਲ ਕੀਤਾ ਜਾਊਗਾ। ਨੈਕਸਟ ਬਜਟਰੀ ਡੈਫੀਸਿਟ ਐਂਡ ਫਿਸਕਲ ਪਾਲਿਸੀ। ਜੇ ਇਹਦੇ ਵਿੱਚ ਦੇਖਿਆ ਜਾਂਦਾ ਕਿ ਬਜਟ ਦੇ ਵਿੱਚ ਜੇ ਗਵਰਨਮੈਂਟ ਨੂੰ ਘਾਟਾ ਹੋਇਆ ਤਾਂ ਉਸ ਘਾਟੇ ਨੂੰ ਕਿਸ ਤਰੀਕੇ ਨਾਲ ਫਿਸਕਲ ਪਾਲਿਸੀ ਯੂਜ਼ ਕਰਕੇ ਠੀਕ ਕੀਤਾ ਜਾਊਗਾ। ਕਿ ਫਿਸਕਲ ਪਾਲਿਸੀ ਹੁੰਦੀ ਹੈ ਜਿਹਦੇ ਵਿੱਚ ਗਵਰਨਮੈਂਟ ਦੇ ਐਕਸਪੈਂਡੀਚਰ ਲਏ ਜਾਂਦੇ ਨੇ ਐਂਡ ਗਵਰਨਮੈਂਟ ਦੀ ਇਨਕਮ ਲਈ ਜਾਂਦੀ ਹੈ। ਗਵਰਨਮੈਂਟ ਦੀ ਇਨਕਮ ਐਂਡ ਐਕਸਪੈਂਡੀਚਰ ਲਏ ਜਾਂਦੇ ਨੇ ਤੇ ਇਹਨਾਂ ਨੂੰ ਕਿਸ ਤਰੀਕੇ ਨਾਲ ਵਧਾ ਘਟਾ ਕੇ ਇਸ ਜੋ ਬਜਟ ਦੇ ਵਿੱਚ ਘਾਟਾ ਹੋਇਆ ਉਹਨੂੰ ਪੂਰਾ ਕੀਤਾ ਜਾਵੇ। ਨੈਕਸਟ ਇੰਟਰਸਟ ਰੇਟ ਐਂਡ ਮੋਨੇਟਰੀ ਪਾਲਿਸੀ। ਜੋ ਇੰਟਰਸਟ ਰੇਟ ਹੈ, ਵਿਆਜ ਦੀ ਦਰ ਹੈ, ਉਹਨੂੰ ਵਧਾਉਣਾ ਜਾਂ ਘਟਾਉਣਾ ਹੈ ਮੋਨੇਟਰੀ ਪਾਲਿਸੀ ਦੇ ਨਾਲ ਦੇਖਿਆ ਜਾਊਗਾ। ਕਿ ਜੇ ਤਾਂ ਮਨੀ ਦੀ ਸਪਲਾਈ ਜ਼ਿਆਦਾ ਕਰਨੀ ਹੈ ਤਾਂ ਜਿਹੜੀ ਇੰਟਰਸਟ ਰੇਟ ਹੈ ਉਹਨੂੰ ਕੀ ਕੀਤਾ ਜਾਊਗਾ, ਬਹੁਤ ਘੱਟ ਕੀਤਾ ਜਾਊਗਾ। ਜੇ ਮਨੀ ਦੀ ਸਪਲਾਈ ਨੂੰ ਘੱਟ ਕਰਨਾ ਤਾਂ ਇੰਟਰਸਟ ਰੇਟ ਵਧਾਈ ਜਾਏ। ਇੱਦਾਂ ਡਿਫਰੈਂਟ ਪਾਲਿਸੀ, ਮੋਨੇਟਰੀ ਪਾਲਿਸੀ ਨੂੰ ਡਿਫਰੈਂਟ ਤਰੀਕਿਆਂ ਨਾਲ ਅਪਲਾਈ ਕਰਕੇ ਆਪਣੀ ਇੰਟਰਸਟ ਰੇਟ ਨੂੰ ਵਧਾ ਜਾਂ ਘਟਾ ਕੇ ਆਪਣੀ ਮਨੀ ਦੀ ਕੰਟਰੋਲ ਜਾਂ ਕ੍ਰੀਏਸ਼ਨ ਕੀਤੀ ਜਾ ਸਕਦੀ ਹੈ। ਨੈਕਸਟ ਸਟੱਡੀ ਆਫ ਬਿਜ਼ਨਸ ਸਾਈਕਲ। ਬਿਜ਼ਨਸ ਸਾਈਕਲ ਕਿੱਦਾਂ ਆਪਣੀ ਇਕਨੋਮੀ ਦੇ ਵਿੱਚ ਕੀ ਬਿਜ਼ਨਸ ਸਾਈਕਲ ਆਉਂਦੇ ਨੇ, ਬਿਜ਼ਨਸ ਦੇ ਵਿੱਚ ਕੀ ਫਲਕਚੁਏਸ਼ਨਸ ਆਉਂਦੀਆਂ ਨੇ, ਜਿੱਦਾਂ ਬੂਮ, ਰਿਸੈਸ਼ਨ, ਡਿਪਰੈਸ਼ਨ, ਕਿ ਇੱਕ ਵਾਰੀ ਬਹੁਤ ਹਾਈ ਪੁਆਇੰਟ ਤੇ ਪਹੁੰਚ ਗਈ, ਉਸ ਤੋਂ ਬਾਅਦ ਡਿਕਲਾਈਨ ਹੋਣ ਲੱਗ ਗਏ, ਰਿਸੈਸ਼ਨ ਆ ਗਿਆ, ਉਸ ਤੋਂ ਬਾਅਦ ਬਿਲਕੁਲ ਬੰਦ ਹੋਣ ਦੇ ਉੱਤੇ ਆ ਗਿਆ ਬਿਜ਼ਨਸ ਆਪਣਾ, ਤਾਂ ਉਹਨੂੰ ਡਿਪਰੈਸ਼ਨ ਕਿਹਾ ਜਾਂਦਾ। ਤਾਂ ਇਹਨਾਂ ਜੋ ਇਹ ਸਰਕਲ ਹੈ ਉਹਦੇ ਵਿੱਚ ਡਿਪਰੈਸ਼ਨ ਤੋਂ ਕਿੱਦਾਂ ਰਿਸੈਸ਼ਨ ਕਰਕੇ ਬੂਮ ਤੱਕ ਪਹੁੰਚਣਾ, ਉਹਨਾਂ ਚੀਜ਼ਾਂ ਬਾਰੇ ਵੀ ਸਟੱਡੀ ਮੈਕਰੋ ਇਕਨੋਮਿਕਸ ਦੇ ਵਿੱਚ ਕੀਤੀ ਜਾਂਦੀ ਹੈ।